ਗੱਲ ਇਹ ਹੈ ਕਿ ਭਾਰਤੀ ਘੱਟ ਗਿਣਤੀ ਕਮਿਸ਼ਨ 6 ਘੱਟ ਗਿਣਤੀਆਂ ਇਸਲਾਮ ਨੂੰ ਮੰਨਣ ਵਾਲੇ, ਈਸਾਈ ਮਤ ਨੂੰ ਮੰਨਣ ਵਾਲੇ, ਸਿੱਖ ਧਰਮ ਨੂੰ ਮੰਨਣ ਵਾਲੇ, ਜੈਨ, ਬੌਧ ਤੇ ਪਾਰਸੀ ਧਰਮ ਨੂੰ ਮੰਨਣ ਵਾਲਿਆਂ ਦੇ ਵਿਦਿਆ ਵਾਸਤੇ, ਐਜੂਕੇਸ਼ਨ ਵਾਸਤੇ, ਉਹਨਾਂ ਦੀ ਨੌਕਰੀ ਵਾਸਤੇ, ਉਹਨਾਂ ਲਈ ਉਹਨਾਂ ਨਾਲ ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਾ ਹੋਵੇ, ਉਹਨਾਂ ਦੇ ਕਲਚਰ ਨੂੰ ਬਚਾ ਕੇ ਰੱਖਿਆ ਜਾਵੇ, ਸੰਭਾਲ ਕੇ ਰੱਖਿਆ ਜਾਵੇ, ਇਸ ਲਈ 1978 ਤੋਂ ਲਗਾਤਾਰ ਕੰਮ ਕਰ ਰਿਹਾ। ਤੇ ਪਿਛਲੇ ਦਿਨਾਂ 'ਚ ਇੱਕ ਚਰਚਾ ਚਾਹੀ ਸੀ ਕਿ ਇੱਕ ਲੋਹ ਟੋਪ ਪਾ ਕੇ ਜਿਹੜਾ ਉਹ ਸ਼ਾਇਦ ਸਿੱਖ ਰਹਿਤ ਮਰਿਆਦਾ ਨਾਲ ਦੀ ਕੁਝ ਉਲੰਘਣਾ ਹੋ ਰਹੀ ਹੈ। ਤੇ ਇਸ ਬਾਰੇ ਜਿਹੜੀ ਚਰਚਾ ਹੈ ਇਹਦਾ ਸੱਚ ਕੀ ਹੈ ਤੇ ਸਰਕਾਰ ਨੂੰ ਕਿਸ ਤਰ੍ਹਾਂ ਇਸ ਗੱਲ ਬਾਰੇ ਸੁਚੇਤ ਕੀਤਾ ਜਾ ਸਕਦਾ ਹੈ ਕਿ ਸਿੱਖਾਂ ਦੀ ਰਹਿਤ ਮਰਿਆਦਾ ਤੇ ਦੇਸ਼ ਦੀ ਸੁਰੱਖਿਆ ਦੋਵੇਂ ਬਹੁਤ ਜ਼ਰੂਰੀ ਹੈ। ਤੇ ਇਹਦੇ ਬਾਰੇ ਉਸ ਲੋਕ ਟੋਪ ਦਾ ਸੱਚ ਕੀ ਹੈ, ਇਹਦੇ ਬਾਰੇ ਕੇਵਲ ਤੇ ਕੇਵਲ ਫੌਜ ਦੇ ਜਰਨੈਲ ਹੀ ਦੱਸ ਸਕਦੇ ਸੀ, ਫੌਜ ਦੇ ਅਫਸਰ ਦੱਸ ਸਕਦੇ ਸੀ, ਫੌਜ ਦੇ ਜੂਨੀਅਰ ਅਫਸਰ ਜਿਨ੍ਹਾਂ ਨੂੰ ਇਹ ਪਾਉਣਾ ਪੈਂਦਾ, ਕਿਉਂਕਿ ਇੱਥੇ ਵੱਡੇ ਛੋਟੇ ਦਾ ਫਰਕ ਨਹੀਂ ਹੁੰਦਾ। ਫੌਜ ਦੇ ਵਿੱਚ ਏਅਰ ਮਾਰਸ਼ਲ ਅਰਜਨ ਸਿੰਘ ਵੀ ਸਿਰ ਦੇ ਉੱਤੇ ਹੈਲਮਟ ਪਾਉਂਦੇ ਰਹੇ ਆ ਜਦੋਂ ਜਹਾਜ਼ ਚਲਾਉਂਦੇ ਸੀ, ਜਿਹੜੇ ਬਾਅਦ 'ਚ ਮਾਰਸ਼ਲ ਆਫ ਦੀ ਏਅਰ ਬਣੇ। ਇਸੇ ਤਰ੍ਹਾਂ ਹੀ ਜਿਹੜੇ ਨਿਰਮਲਜੀਤ ਸਿੰਘ ਸੇਖੋਂ, ਜਿਨ੍ਹਾਂ ਦੇ ਨਾਂ ਤੇ ਭਾਰਤ ਸਰਕਾਰ ਨੇ ਅੰਡੇਮਾਨ ਨਿਕੋਬਾਰ ਦੇ ਵਿੱਚ ਇੱਕ ਦੀਪ ਦਾ ਨਾਂ ਰੱਖਿਆ ਹੈ, ਉਹ ਲੋਕ ਵੀ ਇਹ ਸਿਰ ਦੇ ਉੱਤੇ ਹੈਲਮਟ ਪਾਉਂਦੇ ਰਹੇ। ਤੀਜੀ ਗੱਲ, ਇਹ ਹੈਲਮਟ ਜਿਹੜਾ ਹੈ ਇਹਦੇ ਵਿੱਚ ਇਕੱਲਾ ਇਹ ਉਹਦੀ ਸੁਰੱਖਿਆ ਲਈ ਨਹੀਂ ਹੁੰਦੇ, ਇਹਦੇ ਵਿੱਚ ਜੰਤਰ ਵੀ ਲੱਗੇ ਹੁੰਦੇ ਆ ਜਿਹਦੇ ਤੋਂ ਬਿਨਾਂ ਹਵਾਈ ਜਹਾਜ਼ ਚਲਾਉਣਾ ਜਾਂ ਟੈਂਕ ਚਲਾਉਣਾ ਸੰਭਵ ਨਹੀਂ। ਇੱਥੋਂ ਕਿ ਆਪਣੀ ਸਿਰ ਦੀ ਰਾਖੀ ਲਈ, ਸਿਰ ਨੂੰ ਬਚਾਉਣ ਵਾਸਤੇ ਜਿਹੜੇ ਪੈਰਾ ਟਰੂਪਰ ਹੈ, ਸਕਾਈ ਡਾਈਵਰਸ ਹੈਗੇ ਆ, ਉਹ ਵੀ ਇਹ ਚੀਜ਼ ਫੌਜ ਦੇ ਜਿਹੜੇ ਆ ਉਹ ਪਾਉਂਦੇ ਆ। ਔਰ ਤਾਂ ਕਿ ਉਹਨਾਂ ਲੇਕਿਨ ਜਿਹੜੀ ਆਮ ਤੌਰ 'ਤੇ ਰੋਜ਼ ਦੀ ਭਾਸ਼ਾ ਹੈ, ਰੋਜ਼ ਦਾ ਜਿਹੜਾ ਤੁਹਾਡਾ ਰੂਟੀਨ ਦਾ ਕੰਮ ਹੈ, ਉੱਥੇ ਯੂਨੀਫਾਰਮ ਪਾਈ ਜਾਂਦੀ ਹੈ। ਜਿਹੜੀ ਸੈਰੀਮੋਨੀਅਲ ਜਿਹੜੀ ਸੁੰਦਰ ਯੂਨੀਫਾਰਮ ਹੈ ਉਹ 26 ਜਨਵਰੀ, 15 ਅਗਸਤ, ਆਰਮੀ ਡੇ, ਦੂਜੇ ਜਿੱਥੇ ਵੀ ਕੋਈ ਸੈਰੀਮੋਨੀਅਲ ਕੰਮ ਹੁੰਦੇ ਉੱਥੇ ਪਾਈ ਜਾਂਦੀ ਹੈ। ਸੋ ਇਹ ਜਿਹੜਾ ਇਹਨਾਂ ਨੇ ਇੱਕ ਹੈੱਡ ਗੀਅਰ ਬਣਾਇਆ ਸਿਰ ਦੀ ਰਾਖੀ ਵਾਸਤੇ, ਉਹ ਕਿੰਨਾ ਸਾਰਥਿਕ ਹੈ ਜਾਂ ਕਿੰਨਾ ਜ਼ਰੂਰੀ ਹੈ, ਇਹਦੇ ਬਾਰੇ ਚਰਚਾ ਕਰਨ ਲਈ ਸਾਰਿਆਂ ਨੂੰ ਬੁਲਾਇਆ ਗਿਆ ਸੀ। ਇਹਦੇ ਲਈ ਸੁਨੇਹਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਦਿੱਤਾ ਸੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਦਿੱਤਾ ਸੀ, ਤੇ SCPC ਨੂੰ ਵੀ ਦਿੱਤਾ ਸੀ ਕਿ ਤੁਸੀਂ ਆਪਣੇ ਕੋਈ ਗੱਲ ਇਹਦੇ ਬਾਰੇ ਆਪਣੀ ਦੱਸਣੀ ਚਾਹੁੰਦੇ ਤਾਂ ਦੱਸ ਸਕਦੇ ਆ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ 5 ਮੈਂਬਰ ਸਾਡੇ ਕੋਲ ਆਏ SCPC ਦੇ ਜਨਰਲ ਸੈਕਟਰੀ ਗਰੇਵਾਲ ਸਮੇਤ, ਉਹਨਾਂ ਦਾ ਮਾਣ ਸਤਿਕਾਰ ਦਿੱਤਾ ਗਿਆ ਕਮਿਸ਼ਨ ਵੱਲੋਂ, ਉਹਨਾਂ ਨੂੰ ਫੁੱਲੇ ਦੇ ਬੁੱਕੇ ਭੇਟ ਕੀਤੇ ਗਏ, ਉਹਨਾਂ ਨੂੰ ਬਹਿਣ ਨੂੰ ਪ੍ਰੋਪਰ ਥਾਂ ਦਿੱਤੀ ਗਈ। ਜਦੋਂ ਉਹ ਆਏ, ਉਹਨਾਂ ਨੇ ਪਹਿਲਾਂ ਹੀ ਟੈਲੀਫੋਨ ਕੀਤਾ ਸੀ ਗਰੇਵਾਲ ਸਾਹਿਬ ਨੇ ਕਿ ਅਸੀਂ 12:30 ਵਜੇ ਆਵਾਂਗੇ, ਮੀਟਿੰਗ 12 ਵਜੇ ਸ਼ੁਰੂ ਹੋਣੀ ਹੈ, ਸਾਡੇ ਲਈ ਸਮਾਂ ਰੱਖ ਲਿਓ। ਤਾਂ ਉਸ ਵੇਲੇ ਮੀਟਿੰਗ ਚੱਲ ਰਹੀ ਸੀਗੀ। ਚਲਦੀ ਮੀਟਿੰਗ 'ਚ ਉਹ ਕਹਿਣ ਲੱਗੇ ਕਿ ਸਾਡੀ ਗੱਲ ਸੁਣ ਲਓ ਤੇ ਅਸੀਂ ਤੁਹਾਨੂੰ ਗੱਲ ਹੀ ਸੁਣਾਉਣ ਆਏ ਹਾਂ। ਤੇ ਜਿਹੜੇ ਫੌਜ ਦੇ ਵੱਡੇ ਜਰਨੈਲ ਸੀ, ਉਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਸਾਡੀ ਗੱਲ ਪਹਿਲਾਂ ਸੁਣ ਲਓ, ਅਸੀਂ ਇਹ ਤਰਤੀਬ ਤੋਂ ਸ਼ੁਰੂ ਕਰਦੇ ਹਾਂ। ਜਿਹੜੇ ਛੋਟੇ ਅਧਿਕਾਰੀ ਆ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਗੱਲ ਕਹਿਣੀ, ਜੇ ਵੱਡੇ ਜਨਰਲ KJ ਸਿੰਘ ਸਾਹਿਬ ਕੁਝ ਬੋਲ ਜਾਂਦੇ, ਉਸ ਤੋਂ ਬਾਅਦ ਬੋਲਣ ਨੂੰ ਕੁਝ ਰਹਿ ਨਹੀਂ ਸੀ ਜਾਣਾ। ਇਸ ਕਰਕੇ ਸਭ ਦੀ ਗੱਲ ਸੁਣਨ ਤੋਂ ਬਾਅਦ ਵੱਡੇ ਲੋਕ ਬੋਲਣਗੇ। ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੋਰ ਸੰਸਥਾ ਹੈ, ਉਹਦਾ ਅਸਲ ਜਿਹੜਾ ਸਰੂਪ ਹੈ ਉਹ ਸਭ ਤੋਂ ਬਾਅਦ ਦੇ ਵਿੱਚ ਸੁਣ ਕੇ, ਕਿਉਂਕਿ ਉਹ ਤਾਂ ਜਨਰਲ ਸਾਹਿਬ ਤੋਂ ਵੀ ਵੱਡੇ, ਸਾਡੇ ਤੋਂ ਕਿਸੇ ਤੋਂ ਵੀ ਸਭ ਤੋਂ ਵੱਡੇ ਆ, ਕਿ ਸਭ ਤੋਂ ਅੰਤਿਮ ਗੱਲ ਉਹਨਾਂ ਦੀ ਜਿਹੜੀ ਹੈ ਇਸ ਸਭਾ ਦੇ ਵਿੱਚ ਹੋਣੀ ਚਾਹੀਦੀ ਹੈ। ਤੇ ਉਹਨਾਂ ਨੂੰ ਫਿਰ ਬੇਨਤੀ ਕੀਤੀ ਕਿ ਤੁਸੀਂ ਬਹਿ ਕੇ ਗੱਲ ਸੁਣੋ ਔਰ ਸੁਣਨ ਤੋਂ ਬਾਅਦ ਆਪਣਾ ਜਿਹੜੀ ਤੁਹਾਡੇ ਕੋਲ ਹੈਗੀ ਆ ਉਹ ਗੱਲ ਸਾਨੂੰ ਦੱਸ ਕੇ ਜਾਣਾ। ਲੇਕਿਨ ਉਹ ਕਹਿਣ ਲੱਗੇ ਕਿ ਸਾਨੂੰ ਹੁਕਮ ਇੰਨਾ ਹੈ ਕਿ ਗੱਲ ਸੁਣਾਉਣੀ ਹੈ ਤੇ ਫਿਰ ਕੀ ਕਰਨਾ, ਇਹ ਉਹਦੇ ਸ਼ਬਦ ਨਹੀਂ ਵਰਤੇ। ਤੇ ਅਸੀਂ ਕਿਹਾ ਜੇ ਤੁਸੀਂ ਗੱਲ ਸੁਣਾਉਣੀ ਆਏ ਹੋ ਤੇ ਫਿਰ ਤੁਸੀਂ ਨਾ ਸੁਣਨੀ ਨਹੀਂ ਕਿਸੇ ਦੀ
ਤੇ ਇਹ ਬਹੁਤ ਅੱਛਾ ਹੋਏਗਾ ਕਿ ਤੁਸੀਂ ਲਿਖ ਕੇ ਦੇ ਦਿਓ ਤਾਂ ਕਿ ਸਭ ਦੇ ਧਿਆਨ ਵਿੱਚ ਆ ਜਾ। ਉਹ ਸਾਨੂੰ ਲਿਖ ਕੇ ਦੇ ਗਏ। ਅਸੀਂ ਸਿੱਖ ਧਰਮ ਦੀ ਮਰਿਆਦਾ, ਪੰਜਾਂ ਕਕਾਰਾਂ ਦੀ ਮਰਿਆਦਾ ਬਹਾਲ ਰਵੇ ਤੇ ਜਿਹੜਾ ਫੌਜ ਦੇ ਵਿੱਚ ਨੌਜਵਾਨ ਨੌਕਰੀ ਕਰ ਰਿਹਾ, ਹੈਲਮਟ ਜਿਹੜੇ ਆ ਆਰਮਡ ਕੋਰ ਵਾਲੇ ਪਹਿਲਾਂ ਹੀ ਇਸਤੇਮਾਲ ਕਰਦੇ ਆ। ਟੈਂਕ ਦੇ ਵਿੱਚ ਬਿਨਾਂ ਹੈਲਮਟ ਪਾਇਆ ਬੈਠੇ ਨਹੀਂ ਜਾ ਸਕਦਾ। ਜਿਹੜਾ ਹੈਡ ਗੇਅਰ ਹੈ ਉਹਦਾ, ਹੈਲਮਟ ਨਹੀਂ ਉਹਦਾ ਨਾਮ, ਉਹਦਾ ਹੈਡ ਗੇਅਰ ਹੈ। ਅਸੀਂ ਕਿਉਂਕਿ ਅਣਜਾਣ ਹੈ ਫੌਜੀ ਟੈਕਨੋਲੋਜੀ ਤੇ ਫੌਜੀ ਨਾਵਾਂ ਤੋਂ, ਇਸ ਕਰਕੇ ਅਸੀਂ ਹੈਲਮਟ ਕਰਦੇ ਹਾਂ। ਤੇ ਉਹਦੇ ਵਿੱਚ ਬਹੁਤ ਸਾਰੀਆਂ ਇਕਵਿਪਮੈਂਟ ਲੱਗੇ ਹੁੰਦੇ ਆ। ਉਹ ਰਸ਼ੀਅਨ ਟੈਂਕ ਹੈ ਜਾਂ ਦੂਜੇ ਟੈਂਕ ਹੈ, ਜਿਹੜੇ ਵੀ ਟੈਂਕ ਆਈ ਥਿੰਕ ਬਣਿਆ, ਉਹਦੇ 'ਚ ਉਹ ਉੱਥੇ ਦਸਤਾਰ ਨਾਲ ਤੋਂ ਛੱਡ ਕੇ ਪਟਕਾ ਬੰਨ੍ਹ ਕੇ ਕੇਸਾਂ ਦੀ ਮਰਿਆਦਾ ਰੱਖ ਕੇ ਉੱਤੇ ਉਹ ਜਿਹੜਾ ਹੈਡ ਗੀਅਰ ਹੈ ਉਹ ਪਾਇਆ ਜਾਂਦਾ ਹੈ। ਤੇ ਇਹ ਚਾਹੁੰਦੇ ਸੀਗੇ ਕਿ ਗੱਲ ਸੁਣ ਲਈ। ਅਸੀਂ ਸਿਰਫ ਵਿਦਵਾਨਾਂ ਦੀ ਰਾਏ ਲਈ ਹੈ, ਆਰਮੀ ਅਫਸਰਾਂ ਦੀ ਰਾਏ ਲਈ ਹੈ। ਉਹਨਾਂ ਨੇ ਜੋ ਆਪਣੇ ਸੁਝਾਅ ਦਿੱਤੇ ਆ ਉਹਨਾਂ ਨੂੰ ਅੱਗੇ ਚਲਾਉਣ ਲਈ, ਅੱਗੇ ਫੈਸਲਾ ਕਰਨ ਲਈ ਅਸੀਂ ਹਲੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਫਿਰ, ਕਿਉਂਕਿ ਜਿਹੜਾ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਹੈ ਇਹ ਲੋਕਾਂ ਨੂੰ ਇੱਕ, ਸਰਕਾਰਾਂ ਨੂੰ ਇੱਕ ਸੁਝਾਅ ਦਿੰਦਾ, ਰਿਕਮੈਂਡੇਸ਼ਨ ਦਿੰਦਾ। ਤੇ ਖੁਸ਼ੀ ਦੀ ਗੱਲ ਇਹ ਹੈ ਕਿ ਸਰਕਾਰਾਂ ਆਮ ਤੌਰ 'ਤੇ ਮੰਨ ਲੈਂਦੀਆਂ। ਜਦੋਂ ਅਸੀਂ ਇੱਕ ਸੁਝਾਅ ਦਿੱਤਾ ਸੀ ਕਿ ਆਪ ਜੀ ਕੜੇ ਜਿਹੜੇ ਆ ਬੱਚਿਆਂ ਦੇ ਇਹ ਇਮਤਿਹਾਨ ਦੇ ਵਿੱਚ ਨਾ ਲਾਏ ਜਾਣ, ਕਿਸੇ ਵੀ ਬੱਚੇ ਨੂੰ ਨਾ ਰੋਕਿਆ ਜਾਵੇ, ਮੈਨੂੰ ਬੜੇ ਮਾਣ ਨਾਲ ਤੇ ਖੁਸ਼ੀ ਨਾਲ ਗੱਲ ਹੈ, ਮੇਰਾ ਇਹ ਸੁਝਾਅ ਸਰਕਾਰ ਨੇ ਮੰਨ ਕੇ ਸਾਰੇ ਦੇਸ਼ ਵਿੱਚ ਲਾਗੂ ਕਰ ਦਿੱਤਾ। ਜਿਹੜਾ ਵੀ ਕਿਸੇ ਬੱਚੇ ਦਾ ਕੜਾ ਲਾਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ, ਉਹਨੂੰ ਸਜ਼ਾ ਦਿੱਤੀ ਜਾਏਗੀ। ਦੂਜੀ ਗੱਲ ਹੈ ਕਿ ਜਿਹੜਾ ਤੁਹਾਡਾ ਸੈਂਸਰ ਬੋਰਡ ਹੈ ਉਹਦੇ ਵਿੱਚ ਇਹ ਸ਼ੰਕਾ ਸੀ ਮੈਨੂੰ, ਬੰਬਈ ਤੋਂ ਕੁਝ ਸਿੱਖਾਂ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਸਾਲ ਸਵਾ ਸਾਲ ਪਹਿਲਾਂ ਕਿ ਸੈਂਸਰ ਬੋਰਡ 'ਤੇ ਸਿੱਖਾਂ ਨੂੰ ਸਹੀ ਢੰਗ ਨਾਲ ਨਹੀਂ ਦਿਖਾਇਆ ਜਾਂਦਾ। ਅਸੀਂ ਸੈਂਸਰ ਬੋਰਡ ਨੂੰ ਬੁਲਾਇਆ, ਸੈਂਸਰ ਬੋਰਡ ਦੇ ਸਾਰੇ ਅਧਿਕਾਰੀ ਇਕੱਠੇ ਹੋਏ, ਸੈਕਟਰੀ ਸਾਹਿਬ ਆਏ, ਅਸੀਂ ਉਹਨਾਂ ਨੂੰ ਬੇਨਤੀ ਕੀਤੀ, ਅੱਗੇ ਲਈ ਰਿਕਮੈਂਡੇਸ਼ਨ ਕੀਤੀ ਗਵਰਨਮੈਂਟ ਨੂੰ, ਸਿੱਖ ਵਿਦਵਾਨ ਤੇ ਸਿੱਖ ਇਤਿਹਾਸਕਾਰ ਇਹਦੇ 'ਚ ਲਏ ਜਾਣ ਸੈਂਸਰ ਬੋਰਡ ਦੇ ਵਿੱਚ, ਤਾਂ ਕਿ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਉਹਦੇ 'ਚ ਉਹਨਾਂ ਦੀ ਜਿਹੜੀ ਹੈ ਸਹੀ ਸਰੂਪ ਜਿਹੜਾ ਹੈ ਉਹ ਪੇਸ਼ ਕੀਤਾ ਜਾਵੇ, ਗਲਤ ਢੰਗ ਨਾਲ ਸਿੱਖੀ ਨੂੰ ਪ੍ਰਚਾਰਿਤ ਨਾ ਕੀਤਾ ਜਾਵੇ। ਇਸੇ ਤਰ੍ਹਾਂ ਹੀ ਜਿਹੜਾ ਤੁਹਾਡਾ 1984 ਦਿੱਲੀ ਦੇ ਦੰਗਿਆਂ ਵਾਲੀ ਗੱਲ ਹੈਗੀ ਹੈ, ਦਿੱਲੀ ਨਹੀਂ ਸਾਰੇ ਦੇਸ਼ ਵਿੱਚ ਦੰਗਿਆਂ ਵਾਲੀ ਗੱਲ ਹੈ। ਅਸੀਂ ਯਤਨ ਕਰ ਰਹੇ ਹਾਂ ਕਿ ਹਰ ਉਹਦੇ ਬਾਰੇ ਸਰਕਾਰਾਂ ਸਾਨੂੰ ਰਿਪੋਰਟ ਦੇਣ ਕਿ ਕਿੰਨੇ ਸਿੰਘ ਸ਼ਹੀਦ ਹੋਏ, ਉਹਨਾਂ ਦੇ ਦੋਸ਼ੀ ਫੜੇ ਗਏ ਕਿ ਨਹੀਂ ਫੜੇ ਗਏ, ਉਹਨਾਂ ਦੇ ਪਰਿਵਾਰਾਂ ਨੂੰ ਪੂਰਾ ਮੁਆਵਜ਼ਾ ਮਿਲ ਗਿਆ ਕਿ ਨਹੀਂ ਮਿਲ ਗਿਆ। ਇਹਦੇ ਲਈ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਯਤਨ ਕਰ ਰਿਹਾ ਹੈ। ਤੇ ਹਾਲੇ ਤੱਕ ਦੀ ਰਿਪੋਰਟ ਦੇ ਮੁਤਾਬਕ ਪਿੱਛੇ ਹੁਣ ਆਈ ਸੀ, ਥੋੜ੍ਹੇ ਦਿਨ ਖੱਟੜ ਸਾਹਿਬ ਦਾ ਲਿਖਤੀ ਰੂਪ ਆਇਆ ਸੀ ਕਿ ਅਸੀਂ ਹੋਂਦ ਚਿੱਲੜ ਦੇ ਵਿੱਚ 20 ਕਰੋੜ ਰੁਪਇਆ ਮੁਆਵਜ਼ਾ ਦੇ ਦਿੱਤਾ ਹੈ। ਔਰ ਪਰ ਬਦਕਿਸਮਤੀ ਦੀ ਗੱਲ ਇਹ ਹੈ 115 ਦੇ ਕਰੀਬ ਲੋਕ ਉੱਥੇ ਸ਼ਹੀਦ ਹੋਏ 1984 ਤੇ ਸਜ਼ਾ ਕੇਵਲ 5 ਬੰਦੇ ਹੋਏ। ਇੱਕ ਵਕੀਲਾਂ ਦੀ ਕਮੇਟੀ ਬਣਾਈ ਹੈ, ਸਿੱਖ ਵਕੀਲਾਂ ਦੀ, ਜਿਹੜੀ ਉਹ ਵਿਚਾਰੇ ਆਨਰਰੀ ਹੈ, ਜਿਹੜੇ ਇਹ ਪੂਰੇ ਦੀ ਪੜਤਾਲ ਕਰਨਗੇ। ਪੜਤਾਲ ਕਰਨ ਤੋਂ ਬਾਅਦ ਦੇਖਣਗੇ ਕਿ ਸਾਨੂੰ ਕਿਸ ਤਰ੍ਹਾਂ ਸਿੱਖਾਂ ਨੂੰ ਅਸੀਂ ਇਨਸਾਫ ਲੈ ਕੇ ਦੇ ਸਕਦੇ ਹਾਂ। ਜਿਹੜੀ ਦਿੱਲੀ ਵਾਲੀ ਕਮੇਟੀ ਹੈ, ਦਿੱਲੀ ਦਾ ਸਰਕਾਰ ਹੈ, ਉਹਨੇ ਪੁਲਿਸ ਨੇ ਤਾਂ ਭੇਜ ਦਿੱਤਾ, ਕਮਿਸ਼ਨਰ ਪੁਲਿਸ ਨੇ, ਕਿ ਇੰਨੇ ਲੋਕ ਜਿਹੜੇ ਆ ਸ਼ਹੀਦ ਹੋਏ, ਕਿੰਨੇ ਦੇ ਮੁਕੱਦਮੇ ਚੱਲ ਰਹੇ ਆ। ਲੇਕਿਨ ਪੁਲਿਸ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਉਹਦੇ ਵੱਲੋਂ ਇਹ ਰਿਪੋਰਟ ਨਹੀਂ ਆਈ ਕਿ ਕੀ ਸਾਰਿਆਂ ਨੂੰ ਕੰਪਨਸੇਸ਼ਨ ਦਿੱਤੀ ਜਾ ਚੁੱਕੀ ਹੈ, ਕੀ ਲੋੜਵੰਦਾਂ ਨੂੰ ਨੌਕਰੀ ਦਿੱਤੀ ਜਾ ਚੁੱਕੀ ਹੈ ਜੋ ਪ੍ਰਧਾਨ ਮੰਤਰੀ ਜੀ ਦਾ ਹਦਾਇਤ ਸੀ, ਜਾਂ ਜਿਵੇਂ ਘਰ ਦਿੱਤੇ ਜਾ ਸਕਦੇ ਆ ਮਾਈਨੋਰਟੀਜ਼ ਨੂੰ, ਘਰ ਦੀ ਵੀ ਲੋੜ ਹੈਗੀ ਆ। ਇਹ ਸਾਰਾ ਕੁਝ ਹਲੇ ਬਹੁਤੀਆਂ ਸਟੇਟਾਂ ਤੋਂ ਆਇਆ ਨਹੀਂ। ਤੇ ਅਸੀਂ ਇਹਨਾਂ ਨੂੰ ਅਗਲੇ ਮਹੀਨੇ ਸੱਦ ਕੇ, ਜਾਂ ਕ੍ਰਿਸਚੀਅਨਿਟੀ ਦੇ ਬਾਰੇ ਜਿਹੜੀ ਹਰ ਬੰਦੇ ਨੂੰ ਰਾਈਟ ਹੈ ਧਰਮ ਆਪਣਾ ਮੰਨਣ ਦਾ, ਧਰਮ ਦਾ ਇਟਸ ਰਾਈਟ ਟੂ ਰਿਲੀਜਨ ਹੈਗਾ, ਲੇਕਿਨ ਉਹਦੇ ਵਿੱਚ ਇਹ ਹੈ ਕਿ ਮੈਜਿਕ ਕਰਕੇ ਜਾਂ ਡਿਸੀਟਫੁਲ ਢੰਗ ਨਾਲ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਾਇਆ ਜਾ ਸਕਦਾ। ਕੁਝ ਸਰਕਾਰਾਂ ਨੇ ਪਾਸ ਦੇ ਵਿੱਚ ਮੈਜਿਕ ਤੇ ਇਹ ਡਿਸੀਟਫੁਲ ਮੈਨਰ ਦੇ ਉੱਤੇ ਕਾਨੂੰਨ ਵੀ ਬਣਾਏ ਆ। ਅਸੀਂ ਸਾਰੇ ਨੂੰ ਸਟੱਡੀ ਕਰ ਰਹੇ ਹਾਂ।
लेकिन पंजाब सरकार ने हले तक 1.5 साल की रिपोर्ट नहीं भेजी। ਅਸੀਂ ਦੂਜਿਆਂ ਬੰਦਿਆਂ ਨੂੰ ਵੀ ਇਸ ਪਾਸੇ ਗੱਲ ਕਰ ਰਹੇ ਹਾਂ। ਸੋ ਜਿਹੜਾ ਕਮਿਸ਼ਨ ਦਾ ਮਕਸਦ ਹੈ ਉਹ ਹੈ ਸੱਚ ਜਾਣਨ ਦਾ, ਤਾਂ ਕਿ ਅਸੀਂ ਸਰਕਾਰ ਨੂੰ ਸਥਿਤੀ ਸਪਸ਼ਟ ਕਰ ਸਕੀਏ, ਸਿੱਖਾਂ ਦੀਆਂ ਭਾਵਨਾਵਾਂ ਤੋਂ ਉਜਾਗਰ ਕਰ ਸਕੀਏ। ਲੇਕਿਨ ਜਰਨੈਲ ਸਾਹਿਬਾਨ ਜਿਹੜੇ ਆਏ ਸੀ ਵੱਡੇ, ਉਹਨਾਂ ਸਾਰਿਆਂ ਦੀ ਇੱਕ ਬੇਨਤੀ ਸੀ ਜਥੇਦਾਰ ਸਾਹਿਬ ਨੂੰ ਕਿ ਜੇ ਆਪ ਜੀ ਕੋਈ ਐਸਾ ਬਿਆਨ ਦੇਣ ਤੋਂ ਪਹਿਲਾਂ ਸਾਡੇ ਨਾਲ ਸਲਾਹ ਕਰ ਲੈਂਦੇ। ਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਿੱਖਾਂ ਦੀ ਗਿਣਤੀ 8-9% ਫੌਜ 'ਚ ਹੈ, ਉਹਨਾਂ ਦਾ ਮਾਣ ਸਨਮਾਨ ਬਹਾਲ ਰਵੇ, ਹੋਰ ਵੀ ਭਰਤੀ ਜਿਹੜੀ ਹੈ ਸਿੱਖਾਂ ਦੀ ਹੋਵੇ। ਤੇ ਅਸੀਂ ਜਿਹੜੀ ਇਹ ਕ੍ਰਿਸਚੀਅਨਿਟੀ ਬਾਰੇ ਜਿਹੜਾ ਇੱਥੇ ਹੋ ਰਿਹਾ, ਲੋਕਾਂ ਨੂੰ ਜ਼ਬਰਦਸਤੀ ਜਾਂ ਧੋਖਾ ਦੇ ਕੇ ਧਰਮ ਪਰਿਵਰਤਨ ਕੀਤਾ ਜਾ ਰਿਹਾ, ਜਾਂ ਸਿੱਖ ਜਿਹੜੇ ਪਤਿਤ ਹੋ ਰਹੇ ਆ, ਉਹਨਾਂ ਬਾਰੇ ਵੀ ਅਸੀਂ ਕੌਮ ਲਈ ਕੰਮ ਕਰਨ ਨੂੰ ਤਿਆਰ ਹਾਂ। ਸਾਨੂੰ ਮੌਕਾ ਦਿਓ। ਅਸੀਂ ਚਾਹੁੰਦੇ ਹਾਂ ਕਿ ਸਿੱਖ ਧਰਮ ਦੀ ਮਰਿਆਦਾ ਬਹਾਲ ਰਵੇ ਤੇ ਜਿਹੜਾ फौजी जवान है वो सुरक्षित होवे। ये दोवें चीज़ां बहुत जरूरी ने। हरियाणा से गुरुद्वारा प्रबंधक कमेटी के लोग आए थे, दूसरे धर्म स्थानों से भी लोगों को इनवाइट किया गया था, वो भी आए थे। और उनका जो है किसी वजह से दिल्ली से गुरुद्वारा प्रबंधक कमेटी को मैसेज नहीं पहुंच सका। हम उसको देखेंगे, अगली मीटिंग में उनको भी बुलाएंगे, क्योंकि अभी तो शुरुआत हुई है, अंतिम फैसला नहीं हुआ। अभी तो हम और लोगों से भी बातचीत करेंगे, फिर उसके बाद सरकार को एक अच्छी जो सब जिसमें धर्म की मर्यादा रहे और सिख की सोल्जर की सेफ्टी रहे, उसमें क्या हो सकता है इसके बारे में अपनी राय देंगे। हम श्री अकाल तख्त साहब का सभी लोग जो मीटिंग में हाजिर थे, उन्होंने ये रेजोल्यूशन भी किया कि हम श्री अकाल तख्त साहब को मानते हैं, उसका सत्कार करते हैं, लेकिन देश की सुरक्षा और दूसरा विचार के साथ होनी चाहिए। धार्मिक भावनाएं इसमें ना भड़कें। लोग पहले भी इनका ऐसी भी राय थी कि मैसेज आया कोई 1984 में बहुत सारे फौजियों ने बैरकें छोड़ दी, लेकिन उन फौजियों का फिर बाद में बना क्या? क्या कौम उनको इज्जत मान और रोटी दे पाई? क्या उसको किया गया? और उसका अंतिम निर्णय क्या निकला? केवल एक कि कुछ लोगों को कुर्सी मिल गई, कौम को क्या मिला? ये इतने बड़े जर्नैल हैं जो जिन्होंने हमारी कौम का नाम रोशन किया है। जब इन्होंने दस्तार ये पहन के निकलते थे, सारी कौम का नाम वो रोशन हो जाता था। तो वो लोग आज भी कौम के लिए काम करने को तैयार हैं और बड़ी खुशी से वो किसी के नीचे प्रभाव में आने वाले नहीं हैं। उनका जीवन एक ऐसा जीवन है जिसके बारे में हमें कोई किंतु परंतु करने का, उन्होंने अपने देश के लिए खून बहा के अपना जीवन खतरे में डाल के इतना बड़ा नाम कमाया। हम उनको भी नमस्कार करते हैं, हम अकाल तख्त साहब को भी नमस्कार करते हैं। सर, आर्मी के अधिकारी आए थे, तो उनकी तरफ से क्या रिएक्शन जो है इस मीटिंग में रहा है? देखो, उनकी तरफ से स्पष्ट थी दोनों बातें कि आर्मी में जो आर्मी एक ऐसी संस्था है जहां धर्म को सबसे आगे रखा जाता है, धर्म के जो, लेकिन ये सेकुलर है। वहाँ जहाँ पुणे में ग्रंथी साहबान की ट्रेनिंग होती है, वहाँ मंदिर का पुजारी भी ट्रेंड होता है, वहाँ क्रिश्चियन पादरी भी ट्रेंड होता है, वहाँ मुस्लिम काजी भी ट्रेंड होता है। और उनके इस ढंग से बनाया जाता है कि अगर कोई इस्लाम को मानने वाला छुट्टी चला जाए तो भाई उसकी जगह ड्यूटी दे दे। और जहाँ भी रेजिमेंटें चलती हैं वो श्री गुरु ग्रंथ साहब वहाँ पहले चलता है, और जितना सरकार सत्कार और सलामियाँ, रिस्पेक्ट, गार्ड ऑफ ऑनर श्री गुरु ग्रंथ साहब को आर्मी में दिया जाता है, शायद कहीं और नहीं दिया जाता। हम उनके मुकाबले में बहुत पीछे हैं। तो वो तो सभी सिख धर्म की चढ़ती कला वाले लोग हैं, और वो ये भी चाहते हैं कि ये कोई भी कंट्रोवर्सी सिख फौजियों के मनोबल ना तोड़े, कोई भी कंट्रोवर्सी जो है सिख फौजी को सुरक्षित ना करे। इसके बारे में पूरी चर्चा वो उन लोगों ने की है। उन्होंने जैसे हेलमेट की बात है, तो अभी ब्रिगेडियर इकबाल सिंह थे, कर्नल इकबाल सिंह जो जस्सा सिंह रामगढ़िया के वंशज हैं, वो लेके आए कि ये देखो जी, ये लो टॉप जो है हमारे बुजुर्ग भी पहनते थे।
ये महाराजा रणजीत सिंह के काल में भी लो टॉप पहना जाता था। उस समय लड़ाई के मैदान की जरूरत थी और उसके ऊपर पगड़ी बांधी जाती थी। आज हालात बदले हैं, वो हथियार नहीं है। वो लोगों ने अलग अलग ढंग से बातें कही और अच्छी बातें कही जो पूरे विचार मांगती हैं, जिसके लिए और भी लोगों के मिलके, धार्मिक व्यक्तियों से भी और फौज के और अफसरों से भी मिलके बात करेंगे और सरकार को एक रिक्वेस्ट भेजेंगे कि कैसे हम इनकी भावनाओं को भी अच्छा बना रख सकते हैं और कैसे फौजी अफसर सुरक्षित भी बन सकता है। एसजीपीसी ने आपको पत्र दिया है, उस पत्र में एसजीपीसी द्वारा क्या लिखा गया है? एसजीपीसी द्वारा एक ही लाइन लिखी गई है रेलेवेंट, कि ये जो है 1962 फर्स्ट वर्ल्ड वार, सेकंड वर्ल्ड वार, 1962 65 67 में भी सिख फौजी जो बिना हेलमेट के लड़े हैं, लेकिन उनको शायद जो फौजी अफसर कह रहे थे कि 1965 में तो शेखों साहब के भी सिर पे हेलमेट था। आज धनोवा साहब के भी जो पीछे हमारे एयर चीफ के चीफ एयर मार्शल रिटायर हुए हैं, वो भी हेलमेट पहन के, उनकी फोटो आप देख सकते हैं। तो उसी समय टैंकों के रिसालों में भी जो सिर पे जो हेड गियर पहनते थे, जिसमें आदमी सुरक्षित नहीं रहे, ऑपरेशन भी हो जाए, हमला भी कर सके, तो ऐसी बहादुरी दिखाने वाले सिखों ने जहाँ कुर्बानियाँ दी थी, उनको बहुत सारे लोगों को ऐसा हुआ था। किसी समय ये कंट्रोवर्सी पहले भी चली थी, एक विद्वान ने कहा कि डॉक्टर गंडा सिंह ने भी ऐसा कहा था कि लो टॉप सिख इतिहास का एक हिस्सा है। ये सारी चीज़ें विचाराधीन है, अंतिम फैसले में नहीं है कुछ भी। सर, अगर आर्मी के अधिकारी कहते हैं कि ये परंपरा पहले से चली आ रही है, लेकिन ये विवाद इस समय खड़ा क्यों हुआ है? देखो, विवाद बेनती है कि राजनीतिक लाभ के लिए धार्मिक भावनाओं को भड़काना, मैं समझता हूँ हमेशा नुकसानदेह हुआ है। वो कौम जो है कभी तरक्की नहीं करती जो अपने धर्म को राजनीति के लिए इस्तेमाल करती है। राजनीति धर्म के लिए इस्तेमाल हो। अगर बड़ा अच्छा होता, जो 4 मुद्दे हमारे पंजाब के रह गए, तो शिरोमणि अकाली दल को हदायत की जाती कि आप जब तक चीफ मिनिस्टर नहीं बनोगे, जब तक चंडीगढ़ पंजाब को नहीं मिल जाता, जब तक दरियाई पानी पंजाब को नहीं मिल जाते, जब तक हिंदी पंजाबी बोलते इलाके पंजाब को नहीं मिल जाते, जब तक सतलुज चंडीगढ़ हमारा कैपिटल हमें नहीं मिल जाता, तो बहुत अच्छा होता। धर्म का है, जैसे गुरबाणी का सिद्धांत है, हस्ती सिर ज्यों अंकस है, अहरन ज्यों सिर दे, मन तन आगे राख के उबी सेव करे। वो तो जो धर्म का कुंडा है वो राजनीति के सिर पे रहना चाहिए। गुरु जहाँ श्री अकाल तख्त के सामने जो झंडे बुंगे हैं, उसमें धर्म का झंडा ऊंचा है, मीरी का पीरी का झंडा ऊंचा है, मीरी का उससे छोटा है, नीमा है। सो इसलिए ये सत्कार योग संस्था है श्री अकाल तख्त साहब, जिसमें हम सब सिख उसको नमन करते हैं, लेकिन वहाँ से खुशी का पैगाम आए, जोड़ने का पैगाम आए, साथ मिलके चलने का पैगाम आए, विकास का पैगाम आए, इसके लिए सभी लोग बेनती करते थे कि ऐसा होना चाहिए। अच्छा, इस पे आपने कहा कि राजनीति हो रही है, आखिर राजनीति इस पूरे मामले पर कर कौन रहा है? ये मेरा सवाल नहीं है कमीशन का। कमीशन का सवाल तो इतना ही है कि जो सरकार है वो, हम इतना ही चाहते हैं, इसमें मैं राजनीति में नहीं पढ़ना चाहता, मैं तो बात स्पष्ट कर रहा हूँ कि सिख फौजी की 5 ककारों की मर्यादा में किसी तरह का विघ्न ना आए और उसका जीवन भी सुरक्षित रहे। दोनों चीज़ों का तालमेल कैसे हो सकता है और इसका पिछला इतिहास क्या है? ये जो बात उठाई जा रही है, क्या इससे वाकई सिख धर्म की, सिखों की दस्तार को उतार दिया जाएगा, या जैसे पहले चल रहा है वैसे ही ऑपरेशन? और कितने लोग वहाँ, कौन सी लड़ाई लड़ी हुई है जहाँ सिख जाएंगे और उनको, ये काल्पनिक बातें हैं। सच क्या है ये जानने की कोशिश हो रही है। क्या रिजल्ट निकाला जाएगा? और बहुत सारी बैठकें की जाएंगी, बहुत सारे लोगों से मिला जाएगा,
अब भी क्या इतिहास को भी खंगाला जाएगा। तो हम तो चाहते हैं कि सिखों की शान बढ़े, सिखों का काम बढ़े, सिखों की इज्जत हो। और जो है जैसे पहले पंजाब एक नंबर की स्टेट है और सिख भारत के सबसे मजबूत लोग हैं। अभी 4 सिखों के नाम से अंडमान निकोबार में द्वीपों का नाम रखा गया, हमारे लिए शान की बात है, मान की बात है। और जब उन लोगों ने, सभी लोग केसाधारी थे, दस्तार सजाते थे, और पूरी इज्जत मान से जब हमको उनका नाम लेते हैं, चाहे सूबेदार जोगिंदर सिंह हो, बाना सिंह हो, शेखों साहब हो, तो हमारा छाती फूल जाती है। तो ऐसे लोगों को की मर्यादाएं, ऐसे लोगों का संस्कार जो हमारे लिए उन्होंने देश के लिए छोड़ा है, चाहे वो सरागढ़ी के फौजी हों या कहीं भी हो, तो उस समय उनकी, ये सिखों के लिए शान की बात है। महाराजा रणजीत सिंह हमारा आदर्श नेता है, जिसने गुरु नानक साहब के द्वारा कल्पित जो हुक्म था कि राजा चूड़ी न्यायों की, वो दिया, इंसाफ दिया लोगों को। आज इंसाफ के लिए लोग दीवारों को टकरे मारते फिरते हैं। उन्होंने ये कहा कि हलेमी राज हो, जहाँ सभी सुखी बसे। तो उस समय तो इतनी शांति और बिजनेस था कि वर्ल्ड भर से लोग वहाँ काम करने के लिए आते थे। राजूरा जी, पंजाब में लगातार धर्म परिवर्तन की घटनाएं आती रहती हैं। क्या कमीशन उसको लेकर कोई जो प्रोग्राम है वो कोई कर रहा है, या फिर जो कम्युनिटी है उससे बात कर रहा है? क्या मतलब कमीशन क्या कर रहा है? देखो, हमने दोनों तरफ से बात की थी। हमने बात की थी सिख SCPC के मेंबर्स से भी, आमने सामने बिठा के, चर्च के नुमाइंदों को भी बुलाया था। कैथोलिक चर्च कहते हैं कि हम धर्म परिवर्तन में बिलीव नहीं करते, प्रोटेस्टेंट कहते हैं हम धर्म परिवर्तन में बिलीव नहीं करते। तो जो मेरिकल्स हैं वो मरने के बाद देखे जाते हैं, फिर जिसके 4 मेरिकल हो जाए उसको संत कहा जाता है। तो जीते जी मेरिकल दिखाने वाली बात ना बाइबल में है, ना किसी और धर्म ग्रंथ में अंकित है। तो लोग ऐसे अपने जाति मुफाद के लिए लोगों को गलत कामों की तरफ मैजिक दिखा रहे हैं, जो वो ठीक नहीं है। वो उसमें हमने गवर्नमेंट से रिपोर्ट मांगी है और गवर्नमेंट की रिपोर्ट अभी हमारे पास आई नहीं।